ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਰਵਿਦਾਸ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੀ 17ਵੀਂ ਪੌੜੀ ਦਾ ਬਚਨ ਹੈ ਕਿ ਭਗਤ ਭਗਤ ਜਗ ਵਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਡੇ ਰਾਹ ਵਿੱਚ, ਕੁੱਲਾ ਧਰਮ ਢੋਏ ਢੋਰ ਸਮੇਟਾ, ਜਿਉ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ, ਬਾਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ, ਰਵਿਦਾਸੈ ਗੰਗਾ ਦੀ ਭੇਟਾ, ਲੱਗਾ ਪੁਰਬ ਅਭੀਜ ਦਾ, ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉ ਤਾਣਾ ਪੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਦੀ ਇਸ ਪੌੜੀ ਵਿੱਚ ਭਗਤ ਰਵਿਦਾਸ ਜੀ ਦੇ ਜੀਵਨ ਪ੍ਰਤੀ ਸੰਕੇਤ ਦਿੰਦੇ ਹੋਏ ਬਚਨ ਕਰਦੇ ਨੇ ਕਿ ਪਰਮੇਸ਼ਰ ਦੀ ਭਗਤੀ ਨਾਲ ਰਤੇ ਹੋਏ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਜਸ ਪਰਮੇਸ਼ਰ ਨੇ ਚੌਂ ਯੁੱਗਾਂ ਵਿੱਚ ਚੌਂ ਚੱਕਾਂ ਵਿੱਚ ਪ੍ਰਗਟ ਕੀਤਾ, ਭਾਵੇਂ ਉਹ ਰਸਤੇ ਦੇ ਕੰਢੇ ਬੈਠੇ ਜੁੱਤੀਆਂ ਗੰਢਦੇ ਔਰ ਆਪਣੀ ਕੁੱਲ ਦੇ ਧਰਮ ਅਨੁਸਾਰ ਪਸ਼ੂ ਢੋ ਕੇ ਜੀਵਨ ਨਿਰਵਾਹ ਕਰਦੇ ਸਨ, ਉੱਪਰੋਂ ਭਾਵੇਂ ਇਹ ਹਾਲ ਸੀ ਪਰ ਅੰਦਰੋਂ ਪਰਮੇਸ਼ਰ ਦੇ ਨਾਲ ਇਕਮਿਕ ਹੋਏ ਪਰਮੇਸ਼ਰ ਦਾ ਰੂਪ ਬਣ ਚੁੱਕੇ ਸਨ। ਇਹ ਹਾਲਤ ਇਸ ਤਰ੍ਹਾਂ ਸੀ ਜਿਕਰ ਮੈਲੇ ਚੀਥੜਿਆਂ ਵਿੱਚ, ਮੈਲੀਆਂ ਲੀਰਾਂ ਵਿੱਚ ਅਮੋਲਕ ਲਾਲ ਲਪੇਟਿਆ ਹੁੰਦਾ ਹੈ, ਔਰ ਆਪਣੀ ਭਗਤੀ ਦੇ ਪ੍ਰਤਾਪ ਨਾਲ ਉਹਨਾਂ ਨੇ ਚੌਂ ਵਰਨਾਂ ਨੂੰ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਗਿਆਨ, ਪਰਮੇਸ਼ਰ ਦਾ ਧਿਆਨ ਦ੍ਰਿੜ ਕਰਵਾਇਆ। ਇੱਕ ਵਾਰ ਲੋਕ ਸੰਗ ਬਣਾ ਕੇ ਕਾਂਚੀ ਨੂੰ ਜਾ ਰਹੇ ਸਨ, ਇਸ਼ਨਾਨ ਕਰਨ ਜਾ ਰਹੇ ਸਨ, ਕਿਉਂ ਜੋ ਉੱਥੇ ਗ੍ਰਹਿਣ ਦਾ ਵੱਡਾ ਮੇਲਾ ਸੀ। ਰਵਿਦਾਸ ਜੀ ਨੇ ਵੀ ਆਪਣੀ ਵੱਲੋਂ ਇੱਕ ਧੇਲਾ ਕੱਢ ਕੇ ਗੰਗਾ ਦੀ ਭੇਟਾ ਲਈ ਇੱਕ ਸੰਗੀ ਨੂੰ ਫੜਾ ਦਿੱਤਾ। ਉੱਥੇ ਅਭੀਜ ਨਛੱਤਰ ਦੀ ਪੂਰਬੀ ਲੱਗੀ ਹੋਈ ਸੀ, ਭਾਵ ਇੱਕ ਪੁਰਬ ਸੀ। ਸੋ ਜਦੋਂ ਲੋਕਾਂ ਨੇ ਇੱਕ ਅਚਰਜ ਵੇਖਿਆ ਕਿ ਭਗਤ ਜੀ ਵੱਲੋਂ ਦਿੱਤਾ ਹੋਇਆ ਉਹ ਧੇਲਾ ਗੰਗਾ ਨੇ ਹੱਥ ਬਾਹਰ ਕੱਢ ਕੇ ਸਵੀਕਾਰ ਕੀਤਾ। ਇਹ ਇਸ ਤਰ੍ਹਾਂ ਦੀ ਬਾਤ ਹੈ ਜਿਸ ਤਰ੍ਹਾਂ ਸੂਤ ਇੱਕ ਹੈ ਤੇ ਤਾਣਾ ਪੇਟਾ ਦੋ ਨਾਮ ਹਨ। ਸੰਤ ਜਨਾਂ ਦਾ ਹਰੀ ਹੀ ਮਾਂ ਪਿਓ ਅਤੇ ਪੁੱਤ ਹੈ। ਭਗਤ ਰਵਿਦਾਸ ਜੀ ਦੇ ਸੰਬੰਧ ਵਿੱਚ ਉਹਨਾਂ ਦਾ ਸੰਖੇਪ ਜੀਵਨ ਬਿਵਰਾ ਇਸ ਪ੍ਰਕਾਰ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਰਾਮੂ ਉਰਫ ਮਾਨਦਾਸ ਮੰਨਿਆ ਜਾਂਦਾ ਹੈ। ਪ੍ਰਚਲਿਤ ਨਾਮ ਉਹਨਾਂ ਦਾ ਸੰਤੋਖਾ ਜੀ ਸੀ। ਮਾਤਾ ਜੀ ਦਾ ਨਾਮ ਕਰਮਾ ਦੇਵੀ ਉਰਫ ਦਿਆਰੀ ਜੀ ਸੀ। ਜਨਮ ਦਾ ਸਮਾਂ 1378 ਈਸਵੀ ਦਾ ਪ੍ਰਤੀਤ ਹੁੰਦਾ ਹੈ। ਜਨਮ ਸਥਾਨ ਉੱਤਰ ਪ੍ਰਦੇਸ਼ ਦੇ ਵਿੱਚ ਕਾਂਚੀ ਦਾ ਆਉਂਦਾ ਹੈ। ਪਰਿਵਾਰ ਦੀ ਬਹੁਤੀ ਸੂਚੀ ਉਪਲਬਧ ਨਹੀਂ। ਗੁਰੂ ਦੇਖਿਆ ਆਪ ਜੀ ਨੇ ਵੀ ਰਾਮਾਨੰਦ ਜੀ ਪਾਸੋਂ ਪ੍ਰਾਪਤ ਕੀਤੀ। ਦੁਨਿਆਵੀ ਤੌਰ ਤੇ ਕਾਰੋਬਾਰ ਚਮੜੇ ਦਾ ਕਰਦੇ ਸਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਅੰਕਿਤ ਹਨ, ਜੋ ਕਿ 16 ਰਾਗਾਂ ਵਿੱਚ ਹਨ। ਪਰਲੋਕ ਗਵਨ ਵੀ ਆਪ ਜੀ ਨੇ 1529 ਈਸਵੀ ਵਿੱਚ ਕਾਂਸ਼ੀ ਵਿਖੇ ਹੀ ਕੀਤਾ। ਕਾਂਸ਼ੀ ਵਿੱਚ ਸੁਆਮੀ ਰਾਮਾਨੰਦ ਜੀ ਰਹਿੰਦੇ ਸਨ। ਉਹਨਾਂ ਪਾਸ ਅਨੇਕਾਂ ਬ੍ਰਹਮਚਾਰੀ ਵਿਦਿਆਰਥੀ ਰਹਿੰਦੇ ਸਨ। ਇਹਨਾਂ ਸ਼ਿਸ਼ਾਂ ਵਿੱਚੋਂ ਇੱਕ ਬ੍ਰਹਮਚਾਰੀ ਦੀ ਸੇਵਾ ਨਗਰ ਵਿੱਚੋਂ ਸਿੱਧਾ ਲਿਆ ਕੇ ਲੰਗਰ ਤਿਆਰ ਕਰਕੇ ਰਾਮਾਨੰਦ ਜੀ ਨੂੰ ਛਕਾਉਣ ਦੀ ਸੀ। ਵਿਸ਼ੇਸ਼ ਘਰਾਂ ਤੋਂ ਹੀ ਸੁੱਕੀ ਰਸਦ ਲਿਆਈ ਜਾਂਦੀ ਸੀ। ਇੱਕ ਦਿਨ ਬਹੁਤ ਬਾਰਿਸ਼ ਹੋਈ। ਅਚਾਨਕ ਤਿਲਕ ਜਾਣ ਕਾਰਨ ਉਸ ਬ੍ਰਹਮਚਾਰੀ ਦੇ ਹੱਥੋਂ ਆਟਾ ਡੁੱਲ ਗਿਆ।
ਬ੍ਰਹਮਚਾਰੀ ਨੇ ਸੰਤੋਖਾ ਜੀ ਤੋਂ, ਜਿਹੜੇ ਚਮੜੇ ਦਾ ਵਪਾਰੀ ਸੀ, ਆਟਾ ਲੈ ਆਂਦਾ, ਕਿਉਂਕਿ ਸੰਤੋਖਾ ਜੀ ਨੂੰ ਪੁੱਤਰ ਪ੍ਰਾਪਤੀ ਦੀ ਲਾਲਸਾ ਸੀ। ਸੋ ਉਹਨਾਂ ਨੇ ਬ੍ਰਹਮਚਾਰੀ ਦੀ ਝੋਲੀ ਵਿੱਚ ਆਟਾ ਪਾ ਦਿੱਤਾ। ਸੰਤੋਖੇ ਦਾ ਵਪਾਰ ਪੂਰੀ ਤਰ੍ਹਾਂ ਸੱਚਾ ਸੁੱਚਾ ਨਹੀਂ ਸੀ। ਬ੍ਰਹਮਚਾਰੀ ਨੇ ਉਸ ਸੀਧੇ ਦਾ ਲੰਗਰ ਤਿਆਰ ਕਰਕੇ ਰਾਮਾਨੰਦ ਜੀ ਨੂੰ ਛਕਾਇਆ। ਜਦੋਂ ਰਾਮਾਨੰਦ ਜੀ ਆਪਣੀ ਸਮਾਧੀ ਵਿੱਚ ਜੁੜੇ ਤਾਂ ਉਹਨਾਂ ਦੀ ਸੁਰਤ ਭਟਕਦੀ ਰਹੀ ਅਤੇ ਉਹਨਾਂ ਚਮੜੇ ਦਾ ਵਪਾਰ ਕਰਨ ਵਾਲੇ ਸੰਤੋਖਾ ਜੀ ਦੇ ਮਨ ਦੀ ਇੱਛਾ ਨੂੰ ਵੀ ਅਨੁਭਵ ਕਰ ਲਿਆ। ਉਹਨਾਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਗਿੱਛ ਕੀਤੀ ਕਿ ਅੱਜ ਲੰਗਰ ਕਿਸ ਦੇ ਆਟੇ ਦਾ ਬਣਾਇਆ ਹੈ। ਬ੍ਰਹਮਚਾਰੀ ਨੇ ਆਟਾ ਲਿਆਉਣ ਦੀ ਸਾਰੀ ਵਾਰਤਾ ਰਾਮਾਨੰਦ ਜੀ ਨੂੰ ਦੱਸ ਦਿੱਤੀ। ਰਾਮਾਨੰਦ ਜੀ ਗੁੱਸੇ ਵਿੱਚ ਆਏ ਅਤੇ ਬ੍ਰਹਮਚਾਰੀ ਨੂੰ ਆਖਿਆ ਕਿ ਹੁਣ ਤੁਹਾਨੂੰ ਹੀ ਸੰਤੋਖਾ ਜੀ ਦੇ ਘਰ ਪੁੱਤਰ ਰੂਪ ਵਿੱਚ ਜਨਮ ਲੈਣਾ ਪਵੇਗਾ। ਇਵੇਂ ਹੀ ਹੋਇਆ। ਰਾਮਾਨੰਦ ਜੀ ਦਾ ਹੁਕਮ ਸੁਣਦਿਆਂ ਬ੍ਰਹਮਚਾਰੀ ਜੀ ਸਰੀਰ ਤਿਆਗ ਗਏ। 10 ਮਹੀਨਿਆਂ ਪਿੱਛੋਂ ਸੰਤੋਖਾ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਰਵਿਦਾਸ ਰੱਖਿਆ ਗਿਆ। 5 ਦਿਨਾਂ ਤੱਕ ਬਾਲਕ ਰਵਿਦਾਸ ਜੀ ਨੇ ਮਾਤਾ ਦਾ ਦੁੱਧ ਨਾ ਚੁੰਘਿਆ। ਰਾਮਾਨੰਦ ਜੀ ਨੂੰ ਭਗਵਾਨ ਜੀ ਦੇ ਹੁਕਮ ਅਨੁਸਾਰ ਰਵਿਦਾਸ ਜੀ ਨੂੰ ਸੰਤੋਖਾ ਜੀ ਦੇ ਘਰ ਜਾ ਕੇ ਰਾਮ ਨਾਮ ਦਾ ਉਪਦੇਸ਼ ਦੇਣਾ ਪਿਆ। ਇਸ ਪਿੱਛੋਂ ਹੀ ਰਵਿਦਾਸ ਜੀ ਨੇ ਆਪਣੀ ਮਾਤਾ ਦਾ ਦੁੱਧ ਪੀਤਾ। ਬਾਲ ਅਵਸਥਾ ਵਿੱਚ ਹੀ ਆਪ ਨੂੰ ਪ੍ਰਭੂ ਪ੍ਰੀਤ ਦਾ ਪੂਰਨ ਰੰਗ ਚੜ੍ਹ ਗਿਆ। ਬਚਪਨ ਵਿੱਚ ਹੀ ਆਪ ਵੈਰਾਗ ਅਤੇ ਤਿਆਗ ਅਤੇ ਤੀਖਣ ਬੁੱਧ ਦੇ ਮਾਲਕ ਸਨ। ਜਵਾਨ ਅਵਸਥਾ ਵਿੱਚ ਪਹੁੰਚਦਿਆਂ ਹੀ ਮਾਤਾ ਪਿਤਾ ਨਾਲ ਘਰ ਦੇ ਕੰਮ ਧੰਦੇ ਵਿੱਚ ਹੱਥ ਵਟਾਉਣ ਲੱਗੇ। ਛੋਟੀ ਉਮਰੇ ਹੀ ਆਪ ਜੀ ਦਾ ਵਿਆਹ ਕਰ ਦਿੱਤਾ ਗਿਆ। ਆਪ ਗੰਭੀਰ ਰਹਿ ਕੇ ਆਏ ਗਏ ਸਾਧੂਆਂ ਦੀ ਸੇਵਾ ਕਰਦੇ, ਮੁਫਤ ਹੀ ਉਹਨਾਂ ਨੂੰ ਨਵੇਂ ਜੋੜੇ ਦੇ ਦਿੰਦੇ। ਪ੍ਰੇਮਾ ਭਗਤੀ ਦੇ ਰੰਗ ਵਿੱਚ ਮਸਤ ਰਹਿ ਕੇ ਜੁੱਤੀਆਂ ਗੰਢਦੇ ਰਹਿੰਦੇ। ਰਾਤ ਸਮੇਂ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ। ਦਿਨੇ ਆਏ ਗਏ ਮਹਾਤਮਾਵਾਂ ਨਾਲ ਪ੍ਰਭੂ ਪ੍ਰੀਤ ਦੀ ਚਰਚਾ ਵਾਰਤਾ ਵਿੱਚ ਲੱਗੇ ਰਹਿੰਦੇ। ਆਪ ਜੀ ਆਪਣੇ ਪਿਤਾ ਨਾਲੋਂ ਵੱਖਰੀ ਝੌਂਪੜੀ ਬਣਾ ਕੇ ਰਹਿਣ ਲੱਗੇ। ਰਵਿਦਾਸ ਜੀ ਦੀ ਸ਼ਾਨ ਹੀ ਉਹਨਾਂ ਦੀ ਦੁਕਾਨ ਅਤੇ ਰਹਿਣ ਬਸੇਰਾ ਸੀ। ਪਤੀ ਪਤਨੀ ਦੋਵੇਂ ਇਸ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਆਏ ਗਏ ਸਾਧੂਆਂ ਦੀ ਸੇਵਾ ਕਰਦੇ। ਆਮਦਨ ਘੱਟ ਸੀ, ਕਈ ਦਿਨ ਭੁੱਖੇ ਹੀ ਰਹਿਣਾ ਪੈਂਦਾ। ਗਰੀਬੀ ਵੱਧਦੀ ਗਈ, ਗਲ ਦੇ ਕੱਪੜੇ ਵੀ ਪਾਟ ਗਏ। ਪਰ ਭਗਤ ਰਵਿਦਾਸ ਜੀ ਪ੍ਰਭੂ ਭਾਣੇ ਵਿੱਚ ਸ਼ਾਕਰ ਰਹਿੰਦੇ ਹੋਏ ਹਰ ਸੋਗ ਮਾਨ ਅਪਮਾਨ ਤੋਂ ਉੱਪਰ ਉੱਠ ਕੇ ਹਰ ਸਮੇਂ ਪ੍ਰਭੂ ਗੁਣ ਗਾਉਂਦੇ ਸਮਾਂ ਬਤੀਤ ਕਰਦੇ। ਭਗਵਾਨ ਜੀ ਇੱਕ ਸਾਧੂ ਦਾ ਰੂਪ ਧਾਰ ਕੇ ਭਗਤ ਰਵਿਦਾਸ ਜੀ ਦੇ ਘਰ ਆ ਗਏ। ਰਾਤ ਰਵਿਦਾਸ ਜੀ ਪਾਸ ਹੀ ਰਹੇ। ਲੰਗਰ ਪਾਣੀ ਛਕਿਆ, ਆਰਾਮ ਕੀਤਾ। ਭਗਵਾਨ ਜੀ ਨੇ ਆਪਣੇ ਭਗਤ ਦੀ ਪਰਖ ਕਰਨ ਖਾਤਰ ਦਿਨ ਚੜ੍ਹਦਿਆਂ ਇੱਕ ਪਾਰਸ ਕੱਢਿਆ ਅਤੇ ਰੰਬੀ ਨੂੰ ਛੁਹਾ ਦਿੱਤਾ। ਰੰਬੀ ਸੋਨੇ ਦੀ ਬਣ ਗਈ। ਪ੍ਰਤੱਖ ਕਰਾਮਾਤ ਵਿਖਾ ਕੇ ਸਾਧੂ ਨੇ ਆਖਿਆ ਕਿ ਰਵਿਦਾਸ ਜੀ, ਆਪ ਪਾਸ ਅਨੇਕਾਂ ਸਾਧੂ ਆਉਂਦੇ ਰਹਿੰਦੇ ਨੇ। ਤੁਹਾਡੀ ਝੌਂਪੜੀ ਵਿੱਚ ਪ੍ਰਭੂ ਪਿਆਰਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਤੁਹਾਡੇ ਘਰ ਵਿੱਚ ਖਾਣ ਪੀਣ ਨੂੰ ਕੁਝ ਹੈ ਨਹੀਂ। ਇਹ ਪਾਰਸ ਲੈ ਲਵੋ, ਆਨੰਦਮਈ ਜੀਵਨ ਬਤੀਤ ਕਰੋ। ਪਰ ਰਵਿਦਾਸ ਜੀ ਨੇ ਉੱਤਰ ਦਿੱਤਾ, ਮਹਾਤਮਾ ਜੀ, ਪ੍ਰਭੂ ਜੀ ਨੇ ਮੈਨੂੰ ਰਾਮ ਨਾਮ ਰੂਪੀ ਧਨ ਬਖਸ਼ਿਆ ਹੈ। ਇਸ ਨੂੰ ਕੋਈ ਚੋਰ ਵੀ ਨਹੀਂ ਲਿਜਾ ਸਕਦਾ। ਜਿਹੜਾ ਧਨ ਤੁਸੀਂ ਮੈਨੂੰ ਦਿੰਦੇ ਹੋ, ਇਸ ਨੂੰ ਬਹੁਤ ਵਿਆਧੀਆਂ ਲੱਗਦੀਆਂ ਨੇ। ਇਹਦੀ ਰਾਖੀ ਵੀ ਕਰਨੀ ਪੈਂਦੀ ਹੈ ਔਰ ਰਾਖੀ ਕਰਨੀ ਔਖੀ ਵੀ ਬਹੁਤ ਹੈ। ਅਖੀਰ ਸਾਧੂ ਰੂਪ ਵਿੱਚ ਭਗਵਾਨ ਜੀ ਨੇ ਪਾਰਸ ਰਵਿਦਾਸ ਜੀ ਪਾਸ ਅਮਾਨਤ ਵਜੋਂ ਰੱਖਣ ਲਈ ਭਗਤ ਜੀ ਨੂੰ ਮਨਾ ਲਿਆ। 12-13 ਮਹੀਨਿਆਂ ਪਿੱਛੋਂ ਭਗਵਾਨ ਜੀ ਮੁੜੇ। ਜਿਸ ਥਾਂ ਤੇ ਪਾਰਸ ਰੱਖ ਕੇ ਗਏ ਸਨ, ਉੱਥੇ ਹੀ ਪਿਆ ਵੇਖ ਕੇ ਹੈਰਾਨ ਰਹਿ ਗਏ ਕਿ ਰਵਿਦਾਸ ਜੀ ਨੂੰ ਸੰਕਲਪ ਵੀ ਨਹੀਂ ਫੁਰਿਆ ਕਿ ਉਹ ਇਸ ਪਾਰਸ ਨੂੰ ਵਰਤ ਕੇ ਲੋਹੇ ਨੂੰ ਸੋਨਾ ਬਣਾ ਕੇ ਆਪਣਾ ਜੀਵਨ ਨਿਰਵਾਹ ਸੌਖਾ ਕਰ ਲੈਣ। ਪੂਰਨ ਤਿਆਗੀ ਭਗਤ ਰਵਿਦਾਸ ਜੀ ਨੇ ਰਾਮ ਨਾਮ ਰਸ ਵਿੱਚ ਹੀ ਸਭ ਸੁੱਖਾਂ ਦੀ ਪ੍ਰਾਪਤੀ ਸਮਝ ਕੇ ਪਾਰਸ ਨੂੰ ਵੇਖਿਆ ਤੱਕ ਵੀ ਨਾ। ਜਦੋਂ ਰਵਿਦਾਸ ਜੀ ਨੇ ਪਾਰਸ ਲੈਣਾ ਸਵੀਕਾਰ ਨਾ ਕੀਤਾ ਤਾਂ ਭਗਵਾਨ ਜੀ ਨੇ ਇੱਕ ਹੋਰ ਖੇਡ ਵਰਤਾਈ। ਜਿਸ ਲੱਕੜ ਦੀ ਚੌਂਕੀ ਉੱਪਰ ਭਗਤ ਰਵਿਦਾਸ ਜੀ ਨੇ ਮੂਰਤੀ ਰੱਖੀ ਹੋਈ ਸੀ, ਭਗਵਾਨ ਜੀ ਨੇ ਉਸ ਚੌਂਕੀ ਉੱਪਰ ਵਿਛਾਏ ਆਸਨ ਹੇਠ 5 ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ। ਜਦੋਂ ਭਗਤ ਜੀ ਨੇ ਸਵੇਰੇ ਪੂਜਾ ਕਰਨ ਤੋਂ ਪਹਿਲਾਂ ਆਸਨ ਝਾੜਿਆ ਤਾਂ 5 ਮੋਹਰਾਂ ਨਿਕਲੀਆਂ। ਭਗਤ ਜੀ ਨੇ ਮਾਇਆ ਵੇਖੀ। ਮਾਇਆ ਵੇਖ ਕੇ ਰਵਿਦਾਸ ਜੀ ਨੇ ਠਾਕੁਰਾਂ ਦੀ ਪੂਜਾ ਹੀ ਬੰਦ ਕਰ ਦਿੱਤੀ। ਰਾਤ ਨੂੰ ਸੁਪਨੇ ਵਿੱਚ ਭਗਵਾਨ ਜੀ ਨੇ ਆ ਕੇ ਆਖਿਆ, ਰਵਿਦਾਸ, ਮੈਂ ਤੇਰੇ ਵਾਸਤੇ ਪਾਰਸ ਲਿਆਇਆ ਸਾਂ। ਹੁਣ ਮੈਂ ਹੀ ਮੋਹਰਾਂ ਰੱਖੀਆਂ ਨੇ, ਪਰ ਤੂੰ ਕੁਝ ਵੀ ਸਵੀਕਾਰ ਨਹੀਂ ਕਰਦਾ, ਸਗੋਂ ਮਾਇਆ ਦੇ ਡਰ ਤੋਂ ਪੂਜਾ ਕਰਨੀ ਹੀ ਬੰਦ ਕਰ ਦਿੱਤੀ ਹੈ। ਇਹ ਗੱਲ ਠੀਕ ਨਹੀਂ।
ਲੋਕ ਆਖਦੇ ਹਨ ਕਿ ਪ੍ਰਭੂ ਦਾ ਭਗਤ ਭੁੱਖਾ ਮਰ ਰਿਹਾ ਹੈ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਆਪ ਧਨ ਗ੍ਰਹਿਣ ਕਰ ਲਵੋ ਤੇ ਆਏ ਗਏ ਮਹਾਤਮਾ ਦੀ ਸੇਵਾ ਕਰੋ, ਆਪ ਵੀ ਆਨੰਦ ਪੂਰਵਕ ਰਹੋ। ਰਵਿਦਾਸ ਜੀ ਨੇ ਪਤਿਤ ਪਾਵਨ ਜੀ ਦਾ ਹੁਕਮ ਮੰਨ ਕੇ ਉਸ ਦਿਨ ਤੋਂ ਠਾਕਰਾਂ ਦੇ ਆਸਣ ਹੇਠੋਂ ਮੋਹਰਾਂ ਕੱਢਣੀਆਂ ਆਰੰਭ ਕਰ ਦਿੱਤੀਆਂ ਤੇ ਭੰਡਾਰਾ ਚਾਲੂ ਕਰ ਦਿੱਤਾ। ਆਏ ਗਏ ਅਨੇਕਾਂ ਅਭਿਆਗਤ ਸਾਧੂ ਅਤਿਥੀ ਸੰਤ ਜਨ ਲੰਗਰ ਛਕਣ ਲੱਗੇ। ਇੱਕ ਮੰਦਿਰ ਵੀ ਸੁੰਦਰ ਰੂਪ ਵਿੱਚ ਬਣਾ ਦਿੱਤਾ। ਰਵਿਦਾਸ ਜੀ ਦਾ ਜਸ ਸੰਸਾਰ ਵਿੱਚ ਫੈਲ ਗਿਆ। ਦੂਰੋਂ ਦੂਰੋਂ ਸਾਧੂ ਮਹਾਤਮਾਵਾਂ ਤੇ ਹੋਰ ਅਭਲਾਖੀ ਜਨ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨ ਆਉਣ ਲੱਗੇ। ਅਭੀਜ ਨਛੱਤਰ ਦਾ ਪੁਰਬ ਆ ਗਿਆ। ਲੱਖਾਂ ਯਾਤਰੀ ਗੰਗਾ ਜੀ ਦਾ ਇਸ਼ਨਾਨ ਕਰਨ ਚੱਲ ਪਏ। ਇੱਕ ਬ੍ਰਾਹਮਣ ਵੀ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ। ਉਹ ਜਾਂਦੇ ਜਾਂਦੇ ਰਵਿਦਾਸ ਜੀ ਪਾਸ ਆਪਣੀ ਜੁੱਤੀ ਗੰਢਵਾਉਣ ਆ ਗਿਆ। ਗੱਲਾਂ ਬਾਤਾਂ ਤੁਰੀਆਂ ਤੇ ਪਤਾ ਲੱਗਾ ਕਿ ਉਹ ਬ੍ਰਾਹਮਣ ਗੰਗਾ ਜੀ ਦਾ ਇਸ਼ਨਾਨ ਕਰਨ ਜਾ ਰਿਹਾ ਹੈ। ਰਵਿਦਾਸ ਜੀ ਨੇ ਕਸੀਰਾ ਭਾਵ 20-25 ਕੌਡੀਆਂ ਦਾ ਗੁੱਛਾ ਉਸ ਨੂੰ ਦੇ ਕੇ ਆਖਿਆ ਕਿ ਪੰਡਤ ਜੀ ਮੇਰਾ ਵੀ ਇੱਕ ਕਾਰਜ ਕਰ ਦਿਓ। ਕੀ ਕਾਰਜ ਹੈ ਜੀ? ਇਹ ਮੇਰੀ ਵੀ ਭੇਟਾ ਗੰਗਾ ਮਈਆ ਨੂੰ ਦੇ ਦੇਣੀ, ਪਰ ਦੇਣੀ ਤਾਂ ਜੇਕਰ ਉਹ ਆਪ ਹੱਥ ਕੱਢ ਕੇ ਲਵੇ, ਐਵੇਂ ਜਲ ਵਿੱਚ ਨਾ ਸੁੱਟਣੀ। ਇਹ ਮੇਰੀ ਤਾਕੀਦ ਹੈ। ਪੰਡਤ ਭਗਤ ਜੀ ਰਵਿਦਾਸ ਜੀ ਦੀ ਗੱਲ ਸੁਣ ਕੇ ਹੈਰਾਨ ਹੋਇਆ। ਮਨ ਵਿੱਚ ਵਿਚਾਰਨ ਲੱਗਾ ਕਿ ਸਾਧ ਸੰਤ ਰਿਸ਼ੀ ਮੁਨੀ ਮਹਾਤਮਾ ਰਾਜਾ ਪ੍ਰਜਾ ਅਨੇਕਾਂ ਪਦਾਰਥ ਰਤਨ ਮੋਤੀ ਸਵਰਨ ਹੀਰੇ ਆਦਿ ਭੇਟਾਵਾਂ ਲੈ ਕੇ ਗੰਗਾ ਜੀ ਨੂੰ ਭੇਟ ਕਰਨ ਜਾਂਦੇ ਨੇ, ਪਰ ਅੱਜ ਤੱਕ ਕਿਸੇ ਦੀ ਭੇਟਾ ਵੀ ਗੰਗਾ ਮਈਆ ਨੇ ਹੱਥ ਕੱਢ ਕੇ ਤੇ ਲਈ ਨਹੀਂ। ਪਰ ਰਵਿਦਾਸ ਜੀ ਆਖ ਰਹੇ ਨੇ ਕਿ ਜੇ ਹੱਥ ਕੱਢ ਕੇ ਆਪ ਗੰਗਾ ਲਵੇ ਭੇਟਾ ਤਾਂ ਦੇਣੀ ਹੈ, ਨਹੀਂ ਤਾਂ ਵਾਪਸ ਲੈ ਆਉਣੀ। ਕੀ ਗੰਗਾ ਇਹ ਕਸੀਰਾ ਸੱਚੀ ਹੱਥ ਕੱਢ ਕੇ ਲਵੇਗੀ? ਇਹ ਵਿਚਾਰਾਂ ਕਰਦਾ ਭਗਤ ਜੀ ਪਾਸੋਂ ਉਸਨੇ ਕਸੀਰਾ ਲੈ ਲਿਆ ਅਤੇ ਉਹ ਆਪਣੇ ਸੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਗੰਗਾ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ। ਲੱਖਾਂ ਯਾਤਰੀ ਇਸ਼ਨਾਨ ਕਰ ਰਹੇ ਸਨ। ਸਭ ਲੋਕ ਆਪਣੀ ਸ਼ਰਧਾ ਅਨੁਸਾਰ ਫੁੱਲ ਪਤਾਸੇ ਛੁਹਾਰੇ ਮਖਾਣੇ ਰੁਪਈਏ ਪੈਸੇ ਮੋਹਰਾਂ ਗੰਗਾ ਦੀ ਭੇਟਾ ਕਰ ਰਹੇ ਸਨ। ਲੋਕਾਂ ਵੱਲੋਂ ਕੀਤੀ ਭੇਟਾ ਗੰਗਾ ਜਲ ਉੱਤੇ ਤਰਦੀ ਫਿਰਦੀ ਸੀ। ਉਸ ਬ੍ਰਾਹਮਣ ਨੇ ਵੀ ਇਸ਼ਨਾਨ ਕੀਤਾ। ਆਪਣੀ ਭੇਟਾ ਉਸ ਬ੍ਰਾਹਮਣ ਨੇ ਗੰਗਾ ਜੀ ਨੂੰ ਸੌਂਪ ਦਿੱਤੀ। ਅਖੀਰ ਵਿੱਚ ਰਵਿਦਾਸ ਜੀ ਦਾ ਕਸੀਰਾ ਕੱਢਿਆ ਤੇ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਤੇਰੇ ਭਗਤ ਨੇ ਕਸੀਰਾ ਭੇਟਾ ਦੇ ਰੂਪ ਵਿੱਚ ਭੇਜਿਆ, ਆਪ ਹੱਥ ਕੱਢ ਕੇ ਭਗਤ ਜੀ ਦੀ ਭੇਟਾ ਪ੍ਰਵਾਨ ਕਰੋ। ਇੱਕ ਗੈਬੀ ਹੱਥ ਗੰਗਾ ਨਦੀ ਦੀਆਂ ਲਹਿਰਾਂ ਵਿੱਚੋਂ ਨਿਕਲਿਆ। ਬੜੇ ਅਦਬ ਸਤਿਕਾਰ ਨਾਲ ਭਗਤ ਰਵਿਦਾਸ ਜੀ ਦਾ ਕਸੀਰਾ ਲੈ ਲਿਆ। ਹੇ ਮੇਰੀ ਆਤਮਾ, ਇਹ ਉਹੀ ਅਦ੍ਰਿਸ਼ਟ ਸਰਬ ਵਿਆਪਕ ਪ੍ਰਭੂ ਜੀ ਦੇ ਗੈਬੀ ਹੱਥ ਸਨ ਜੋ ਕਿਸੇ ਅਲੌਕਿਕ ਖੇਡ ਅਨੁਸਾਰ ਪਰਦੇ ਪਿੱਛੇ ਕੁਦਰਤ ਦੀਆਂ ਅਨੰਤ ਸ਼ਕਤੀਆਂ ਦੀ ਤਾਰ ਨੂੰ ਹਿਲਾ ਰਿਹਾ ਹੈ। ਅਣਗਿਣਤ ਮਨੁੱਖਾਂ ਦੇ ਹੱਥ ਪ੍ਰਭੂ ਜੀ ਦੀ ਦੈਵੀ ਸ਼ਕਤੀ ਪਾਸੋਂ ਕੁਝ ਮੰਗਣ ਲਈ ਪਸਰੇ ਰਹਿੰਦੇ ਨੇ। ਧਨਾੜ ਪੁਰਸ਼ ਜਿਹੜੇ ਵਿਖਾਵੇ ਵਜੋਂ ਆਪਣੀ ਕਮਾਈ ਵਿੱਚੋਂ ਲੱਖਾਂ ਦਾ ਦਾਨ ਕਰ ਰਹੇ ਸਨ, ਇਸ ਰੱਬੀ ਸ਼ਕਤੀ ਨੇ ਪ੍ਰਵਾਨ ਨਾ ਕੀਤੇ, ਪਰ ਭਗਤ ਰਵਿਦਾਸ ਜੀ ਵਰਗੇ ਨੇਕ ਜਨ ਦੀ ਸੱਚੀ ਸੁੱਚੀ ਕਮਾਈ ਦਾ ਇੱਕ ਕਸੀਰਾ ਇਸ ਸ਼ਕਤੀ ਨੂੰ ਪ੍ਰਵਾਨ ਹੋਇਆ। ਇਸ ਘਟਨਾ ਦਾ ਹਵਾਲਾ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਆਪਾਂ ਇਸ ਕਥਾ ਦੇ ਆਰੰਭ ਵਿੱਚ ਵੀ ਸਰਵਣ ਕਰ ਆਏ ਹਾਂ ਕਿ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ। ਉਹ ਦੈਵੀ ਹੱਥ ਦੁਬਾਰਾ ਗੰਗਾ ਦੀਆਂ ਲਹਿਰਾਂ ਵਿੱਚੋਂ ਨਿਕਲਿਆ। ਇੱਕ ਹੀਰਿਆਂ ਜੜਿਆ ਕੰਗਣ ਰਵਿਦਾਸ ਜੀ ਵਾਸਤੇ ਉਸੇ ਬ੍ਰਾਹਮਣ ਨੂੰ ਦੇ ਦਿੱਤਾ। ਬਾਂਹ ਫਿਰ ਅਲੋਪ ਹੋ ਗਈ। ਬ੍ਰਾਹਮਣ ਦਾ ਮਨ ਕੰਗਣ ਦੀ ਸੁੰਦਰਤਾ ਵੇਖ ਕੇ ਮੋਹਿਆ ਗਿਆ। ਉਸਨੇ ਕੰਗਣ ਆਪ ਹੀ ਰੱਖ ਲਿਆ। ਘਰ ਦੀ ਤੰਗੀ ਨੇ ਬ੍ਰਾਹਮਣ ਨੂੰ ਉਹ ਕੰਗਣ ਵੇਚਣ ਲਈ ਮਜਬੂਰ ਕਰ ਦਿੱਤਾ। ਜੌਹਰੀ ਨੇ ਜਦ ਵੇਖਿਆ ਤਾਂ ਮਨ ਵਿੱਚ ਹੈਰਾਨ ਹੋਇਆ ਕਿ ਇਸ ਕੰਗਾਲ ਪਾਸ ਐਡਾ ਕੀਮਤੀ ਕੰਗਣ ਕਿਵੇਂ ਆ ਗਿਆ। ਉਸ ਨੂੰ ਚੋਰ ਸਮਝ ਕੇ ਪੁਲਿਸ ਦੇ ਹਵਾਲੇ ਕਰਵਾ ਦਿੱਤਾ। ਜਦੋਂ ਕੋਤਵਾਲ ਨੇ ਪੁੱਛਗਿੱਛ ਕੀਤੀ ਤਦ ਡਰਦੇ ਬ੍ਰਾਹਮਣ ਨੇ ਸਪਸ਼ਟ ਦੱਸ ਦਿੱਤਾ ਕਿ ਇਹ ਕੰਗਣ ਰਵਿਦਾਸ ਭਗਤ ਜੀ ਦੀ ਅਮਾਨਤ ਸੀ, ਪਰ ਲੋਭ ਵਸ ਹੋ ਕੇ ਮੈਂ ਹੀ ਰੱਖ ਲਿਆ ਹੈ। ਕੋਤਵਾਲ ਨੇ ਬ੍ਰਾਹਮਣ ਨੂੰ ਰਾਜੇ ਦੇ ਹਵਾਲੇ ਕਰ ਦਿੱਤਾ। ਰਾਜੇ ਨੇ ਕੰਗਣ ਬਾਬਤ ਪੁੱਛਗਿੱਛ ਕੀਤੀ। ਬ੍ਰਾਹਮਣ ਨੇ ਸਾਰੀ ਵਾਰਤਾ ਸੱਚ ਰਾਜੇ ਨੂੰ ਦੱਸ ਦਿੱਤੀ। ਰਾਜਾ ਆਪਣੇ ਦਰਬਾਰੀਆਂ ਸਮੇਤ ਬ੍ਰਾਹਮਣ ਨੂੰ ਨਾਲ ਲੈ ਕੇ ਭਗਤ ਰਵਿਦਾਸ ਜੀ ਪਾਸ ਪੁੱਜਾ, ਕਿਉਂਕਿ ਰਾਜਾ ਇਸ ਅਲੌਕਿਕ ਘਟਨਾ ਬਾਬਤ ਆਪ ਨਿਰਣਾ ਕਰਨਾ ਚਾਹੁੰਦਾ ਸੀ। ਰਾਜਾ ਅਤੇ ਦਰਬਾਰੀਆਂ ਨੇ ਭਗਤ ਰਵਿਦਾਸ ਜੀ ਨੂੰ ਨਮਸਕਾਰ ਕੀਤੀ ਅਤੇ ਭਗਤ ਜੀ ਨੂੰ ਕੰਗਣ ਦੀ ਸਾਰੀ ਵਾਰਤਾ ਦੱਸੀ।
ਭਗਤ ਰਵਿਦਾਸ ਜੀ ਨੇ ਬ੍ਰਾਹਮਣ ਦੀ ਬੰਦ ਖਲਾਸੀ ਲਈ ਅਤੇ ਰਾਜੇ ਤੇ ਦਰਬਾਰੀਆਂ ਦਾ ਸੰਸਾ ਨਿਵਰਤ ਕਰਨ ਲਈ ਇੱਕ ਸਿੱਲ ਚੁੱਕੀ, ਜਿਸ ਉੱਪਰ ਰਵਿਦਾਸ ਜੀ ਜੁੱਤੀਆਂ ਗੰਢਿਆ ਕਰਦੇ ਸਨ। ਰਾਜਾ ਅਤੇ ਦਰਬਾਰੀਆਂ ਨੇ ਸਿੱਲ ਹੇਠ ਗੰਗਾ ਜੀ ਦੀਆਂ ਲਹਿਰਾਂ ਵਗਦੀਆਂ ਵੇਖੀਆਂ ਅਤੇ ਅਨੇਕਾਂ ਕੰਗਣ ਲਹਿਰਾਂ ਵਿੱਚ ਤਰਦੇ ਉਹਨਾਂ ਨੂੰ ਦਿਖਾਈ ਦਿੱਤੇ। ਰਵਿਦਾਸ ਜੀ ਨੇ ਪ੍ਰਸੰਨ ਹੋ ਕੇ ਪਹਿਲੇ ਕੰਗਣ ਵਰਗਾ ਦੂਸਰਾ ਕੰਗਣ ਵਗਦੀਆਂ ਲਹਿਰਾਂ ਵਿੱਚੋਂ ਕੱਢ ਕੇ ਰਾਜੇ ਨੂੰ ਸੌਂਪ ਦਿੱਤਾ। ਕੰਗਣਾਂ ਦੀ ਅਦਭੁਤ ਜੋੜੀ ਵੇਖ ਕੇ ਰਾਜਾ ਹੈਰਾਨ ਹੋ ਗਿਆ ਅਤੇ ਰਵਿਦਾਸ ਜੀ ਦੇ ਚਰਨਾਂ ਤੇ ਢਹਿ ਪਿਆ। ਇਸ ਕੌਤਕ ਨਾਲ ਭਗਤ ਰਵਿਦਾਸ ਜੀ ਦਾ ਜਸ ਪਹਿਲਾਂ ਨਾਲੋਂ ਵੀ ਵਧੇਰੇ ਵੱਧ ਗਿਆ। ਦੋਵੇਂ ਕੰਗਣ ਰਵਿਦਾਸ ਜੀ ਨੇ ਬ੍ਰਾਹਮਣ ਨੂੰ ਦਵਾ ਦਿੱਤੇ। ਬ੍ਰਾਹਮਣ ਆਨੰਦ ਪੂਰਵਕ ਘਰ ਪੁੱਜ ਗਿਆ। ਭਗਤ ਜੀ ਦਾ ਨਿਸ਼ਚਾ ਪ੍ਰਭੂ ਦੀ ਸਰਬ ਵਿਆਪਕਤਾ ਉੱਪਰ ਹੋਰ ਵੀ ਦ੍ਰਿੜ ਹੋ ਗਿਆ। ਚੌਹਾਂ ਵਰਨਾਂ ਦੇ ਲੋਕ ਭਗਤ ਜੀ ਦੇ ਚਰਨੀ ਆ ਪਏ। ਉਹ ਰਾਜਾ ਵੀ ਭਗਤ ਜੀ ਦਾ ਸ਼ਰਧਾਲੂ ਬਣ ਗਿਆ, ਪਰ ਉਧਰ ਅਗਿਆਨ ਵਸ ਹੋਏ ਬ੍ਰਾਹਮਣ ਭਗਤ ਰਵਿਦਾਸ ਜੀ ਦਾ ਵੱਧਦਾ ਹੋਇਆ ਪ੍ਰਤਾਪ, ਵੱਧਦਾ ਹੋਇਆ ਜਸ, ਵੱਧਦੀ ਹੋਈ ਪ੍ਰਭਤਾ ਵੇਖ ਕੇ ਸੜਨ ਬੜਨ ਲੱਗ ਪਏ। ਆਖਣ ਲੱਗੇ ਕਿ ਵੇਖੋ ਕਲਯੁਗ ਦਾ ਪ੍ਰਤਾਪ, ਅੰਨੇ ਲੋਕ ਨੀਚ ਰਵਿਦਾਸ ਨੂੰ ਧਨ ਲਿਆ ਕੇ ਦੇਈ ਜਾ ਰਹੇ ਨੇ। ਰਵਿਦਾਸ ਆਪ ਹੀ ਖਾਂਦਾ ਖਰਚਦਾ ਹੈ, ਪਰ ਅਸੀਂ ਜਿਹੜੇ ਮੁੱਢ ਕਦੀਮ ਤੋਂ ਜਗਤ ਵਿੱਚ ਪੂਜਣ ਯੋਗ ਆ, ਸਾਨੂੰ ਕੋਈ ਪੁੱਛਦਾ ਤੱਕ ਵੀ ਨਹੀਂ। ਇਸ ਭਾਵਨਾ ਨਾਲ ਉਹਨਾਂ ਇੱਕ ਇਕੱਤਰਤਾ ਬੁਲਾਈ, ਵਿਚਾਰਾਂ ਕੀਤੀਆਂ ਕਿ ਮਨੂ ਸਿਮਰਤੀ ਅਨੁਸਾਰ ਕਿਸੇ ਸ਼ੂਦਰ ਨੂੰ ਪੂਜਾ ਦਾ ਅਧਿਕਾਰ ਨਹੀਂ। ਇਸ ਵਾਸਤੇ ਰਵਿਦਾਸ ਦੀ ਧਰਮ ਭ੍ਰਿਸ਼ਟ ਕਰਨ ਦੀ ਦੁਕਾਨ ਬੰਦ ਕਰਨ ਲਈ ਰਾਜੇ ਪਾਸ ਬੇਨਤੀ ਕੀਤੀ ਜਾਵੇ। ਮਤਾ ਪਾਸ ਕਰਕੇ ਸਭ ਜਾਤ ਅਭਿਮਾਨੀ ਬ੍ਰਾਹਮਣ ਰਾਜੇ ਦੇ ਦਰਬਾਰ ਵਿੱਚ ਪੁੱਜੇ ਅਤੇ ਭਗਤ ਰਵਿਦਾਸ ਜੀ ਦੇ ਵਿਰੁੱਧ ਆਪਣੀ ਸ਼ਿਕਾਇਤ ਪੇਸ਼ ਕਰ ਦਿੱਤੀ ਅਤੇ ਇਨਸਾਫ ਲਈ ਮੰਗ ਕੀਤੀ। ਰਾਜੇ ਨੇ ਭਗਤ ਜੀ ਨੂੰ ਵੀ ਸੱਦ ਲਿਆ। ਇਸ ਝਗੜੇ ਨੂੰ ਨਿਪਟਾਉਣ ਲਈ ਕਈ ਵਿਉਂਤਾਂ ਰੱਖੀਆਂ ਗਈਆਂ ਤੇ ਫੈਸਲਾ ਇਹ ਹੋਇਆ ਕਿ ਰਵਿਦਾਸ ਜੀ ਅਤੇ ਬ੍ਰਾਹਮਣ ਆਪਣੇ ਆਪਣੇ ਠਾਕੁਰ ਗੰਗਾ ਦੇ ਪਾਰ ਰੱਖਣਗੇ, ਦੂਸਰੇ ਕੰਢੇ ਤੇ ਰੱਖਣਗੇ। ਫਿਰ ਠਾਕਰਾਂ ਨੂੰ ਆਵਾਜ਼ਾਂ ਮਾਰ ਕੇ ਸੱਦਿਆ ਜਾਵੇਗਾ। ਜਿਸ ਦੇ ਠਾਕੁਰ ਸੱਚੇ ਹੋਣਗੇ ਉਹ ਤਰ ਕੇ ਆ ਜਾਣਗੇ, ਦੂਜੇ ਕੰਢੇ ਤੇ ਤਰ ਕੇ ਆ ਜਾਣਗੇ। ਉਸ ਨੂੰ ਠਾਕਰਾਂ ਦੀ ਪੂਜਾ ਦਾ ਅਧਿਕਾਰ ਮਿਲ ਜਾਵੇਗਾ। ਰਵਿਦਾਸ ਭਗਤ ਜੀ ਨੇ ਉਪਰੋਕਤ ਫੈਸਲਾ ਪ੍ਰਵਾਨ ਕਰ ਲਿਆ, ਪਰ ਸ਼ਰਧਾ, ਪ੍ਰੇਮ, ਯਕੀਨ ਤੋਂ ਸਖਣੇ ਬ੍ਰਾਹਮਣਾਂ ਦੇ ਮਨ ਡੋਲਣ ਲੱਗੇ। ਪਰ ਕਿਉਂਕਿ ਸ਼ਿਕਾਇਤ ਉਹਨਾਂ ਨੇ ਕੀਤੀ ਸੀ, ਰਾਜੇ ਦਾ ਦਿੱਤਾ ਫੈਸਲਾ ਪ੍ਰਵਾਨ ਕਰਨਾ ਪੈਣਾ ਸੀ। ਮਜਬੂਰਨ ਉਹ ਵੀ ਆਪਣੇ ਠਾਕੁਰ ਲੈ ਕੇ ਆ ਗਏ। ਭਗਤ ਰਵਿਦਾਸ ਜੀ ਨੇ ਚੰਦਨ ਦੀ ਚੌਂਕੀ ਤੇ ਬੜੇ ਸਤਿਕਾਰ ਨਾਲ ਆਪਣੇ ਠਾਕੁਰ ਰੱਖ ਕੇ ਲਿਆਂਦੇ। ਦੋਨਾਂ ਧਿਰਾਂ ਵੱਲੋਂ ਠਾਕਰਾਂ ਨੂੰ ਗੰਗਾ ਦੇ ਪਾਰਲੇ ਕਿਨਾਰੇ ਅਦਬ ਨਾਲ ਰੱਖਿਆ ਗਿਆ। ਪਹਿਲਾਂ ਬ੍ਰਾਹਮਣਾਂ ਦੀ ਵਾਰੀ ਆਈ। ਪੰਡਤਾਂ ਨੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਮੰਤਰ ਪੜ੍ਹੇ, ਪਰ ਠਾਕੁਰ ਨਦੀ ਪਾਰ ਨਾ ਹੋਏ। ਬੇਅੰਤ ਯਤਨ ਕੀਤਾ, ਪਰ ਸ਼ਰਮਿੰਦਗੀ ਹੀ ਪੱਲੇ ਪਈ। ਬ੍ਰਾਹਮਣ ਸ਼ਰਮਿੰਦੇ ਹੋ ਕੇ ਨਦੀ ਦੇ ਕਿਨਾਰੇ ਬੈਠ ਗਏ। ਵਾਰੀ ਹੁਣ ਭਗਤ ਰਵਿਦਾਸ ਜੀ ਦੀ ਸੀ। ਉਹਨਾਂ ਦੇ ਠਾਕੁਰ ਜਿਹੜੇ ਨਦੀਓਂ ਪਾਰ ਪਾਲਕੀ ਵਿੱਚ ਰੱਖੇ ਹੋਏ ਸਨ, ਆਵਾਜ਼ ਮਾਰਨ ਤੇ ਮੁਰਗਾਬੀ ਵਾਂਗੂ ਤਰਦੇ ਤਰਦੇ ਭਗਤ ਰਵਿਦਾਸ ਜੀ ਪਾਸ ਪੁੱਜ ਗਏ। ਰਾਜਾ ਤੇ ਸਾਰੀ ਪ੍ਰਜਾ ਇਸ ਕੌਤਕ ਨੂੰ ਵੇਖ ਕੇ ਬਹੁਤ ਅਚੰਭਤ ਹੋਈ, ਹੈਰਾਨ ਹੋਈ। ਪਰ ਬ੍ਰਾਹਮਣਾਂ ਦੇ ਚਿਹਰੇ ਮੁਰਝਾ ਗਏ, ਕਿਉਂਕਿ ਉਹਨਾਂ ਨੇ ਦੇਵੀ ਦੇਵਤਿਆਂ ਦੇ ਬੁੱਤਾਂ ਨੂੰ ਕੇਵਲ ਰੋਟੀ ਦਾ ਵਸੀਲਾ ਹੀ ਬਣਾ ਰੱਖਿਆ ਸੀ। ਉਹਨਾਂ ਅੰਦਰ ਸੱਚੀ ਸੁੱਚੀ ਭਗਤੀ ਦੀ ਘਾਟ ਸੀ। ਫਿਰ ਕਰਮਕਾਂਡੀ ਬ੍ਰਾਹਮਣਾਂ ਦਾ ਪਾਜ ਉਗੜ ਆਇਆ। ਉਹਨਾਂ ਨੂੰ ਧਰਤੀ ਵੇਲ ਨਾ ਦੇਵੇ ਤੇ ਨਿੰਮੋ ਚੂਣੇ ਹੋ ਕੇ ਬੈਠੇ ਰਹੇ। ਰਾਜੇ ਨੇ ਵੀ ਭਗਤ ਰਵਿਦਾਸ ਜੀ ਤੋਂ ਮੁਆਫੀ ਮੰਗੀ ਅਤੇ ਠਾਕੁਰਾਂ ਦੀ ਪੂਜਾ ਦਾ ਅਧਿਕਾਰ ਭਗਤ ਜੀ ਨੂੰ ਦਿੱਤਾ ਗਿਆ। ਰਾਜਾ ਬ੍ਰਾਹਮਣਾਂ ਨੂੰ ਦੇਣਾ ਦਾ ਦੰਡ ਚਾਹੁੰਦਾ ਸੀ, ਪਰ ਭਗਤ ਜੀ ਨੇ ਆਖਿਆ ਕਿ ਰਾਜਨ, ਜਿਹੜਾ ਪੁਰਸ਼ ਊਚ ਨੀਚ ਦਾ ਭੇਦ ਭਾਵ ਰੱਖ ਕੇ ਭਗਤੀ ਕਰੇਗਾ ਨਾ, ਉਸ ਨੂੰ ਕਦੀ ਵੀ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਆਪਣੇ ਆਪ ਦੇ ਅਹਮ ਭਾਵ ਵਿੱਚ ਫਾਥਾ ਰੱਬੀ ਸ਼ਕਤੀ ਤੋਂ ਵਿਛੋੜੇ ਰੂਪੀ ਸਜ਼ਾ ਹਮੇਸ਼ਾ ਭੋਗਦਾ ਰਹੇਗਾ। ਸੋ ਇਹਨਾਂ ਬ੍ਰਾਹਮਣਾਂ ਦੇ ਵੱਸ ਦੀ ਗੱਲ ਨਹੀਂ, ਤੂੰ ਇਹਨਾਂ ਨੂੰ ਮੁਆਫ ਕਰ ਦੇ। ਤੇ ਉਧਰ ਰਵਿਦਾਸ ਭਗਤ ਜੀ ਆਪਣੇ ਠਾਕੁਰ ਅਦਮ ਨਾਲ ਲੈ ਕੇ ਆਪਣੇ ਟਿਕਾਣੇ ਪੁੱਜ ਗਏ। ਰਵਿਦਾਸ ਭਗਤ ਜੀ ਦੀ ਉਪਮਾ ਦੂਰ ਦੂਰ ਫੈਲ ਚੁੱਕੀ ਸੀ। ਮੰਦਰ ਵਿੱਚ ਹਰ ਸਮੇਂ ਗਰੀਬ, ਅਮੀਰ, ਸਾਧੂ, ਸੰਤ, ਮਹਾਤਮਾ, ਅਭਿਆਗਤ ਜਨਾਂ ਦੀ ਰੌਣਕ ਲੱਗੀ ਰਹਿੰਦੀ। ਬੇਅੰਤ ਚੜਾਵਾ ਚੜ੍ਹਦਾ, ਰਾਤ ਦਿਨ ਭੰਡਾਰਾ ਚੱਲਦਾ ਰਹਿੰਦਾ। ਰਾਜਪੂਤਾਨੇ ਦੇ ਪ੍ਰਸਿੱਧ ਕਿਲੇ ਚਿਤੌੜ ਸ਼ਹਿਰ ਦੇ ਰਾਜੇ ਦੀ ਰਾਣੀ ਝਾਲੀ ਇੱਕ ਦਇਆ ਧਰਮ ਦੀ ਪ੍ਰਤੱਖ ਮਿਸਾਲ ਸੀ। ਭਗਤ ਰਵਿਦਾਸ ਜੀ ਦੀ ਉਪਮਾ ਸੁਣ ਕੇ ਦਰਸ਼ਨਾਂ ਦੀ ਲਾਲਸਾ ਅਧੀਨ ਕੁਝ ਬ੍ਰਾਹਮਣਾਂ ਨੂੰ ਨਾਲ ਲੈ ਕੇ ਉਹ ਕਾਂਚੀ ਨਗਰ ਵਿੱਚ ਆਈ।
ਭਗਤ ਰਵਿਦਾਸ ਜੀ ਦੇ ਦਰਸ਼ਨ ਕਰਕੇ ਉਸ ਦਾ ਮਨ ਐਨ ਸ਼ਾਂਤ ਹੋ ਗਿਆ। ਉਸ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਅਤੇ ਗੁਰੂ ਦੀਖਿਆ ਪ੍ਰਾਪਤ ਕਰਕੇ ਰਾਮ ਨਾਮ ਦਾ ਸਿਮਰਨ ਕਰਨ ਲੱਗੀ। ਕਾਂਚੀ ਦੇ ਸਭ ਜਾਤ ਅਭਿਮਾਨੀਆਂ ਨੇ ਇਸ ਬਾਤ ਨੂੰ ਬਹੁਤ ਬੁਰਾ ਮਨਾਇਆ। ਉਹਨਾਂ ਨੇ ਚਿਤੌੜ ਪੁੱਜ ਕੇ ਰਾਜੇ ਨੂੰ ਸਿਖਾਇਆ ਕਿ ਤੁਹਾਡੀ ਰਾਣੀ ਨੇ ਕਿੱਡਾ ਅਨਰਥ ਕੀਤਾ, ਇੱਕ ਚਮਾਰ ਨੂੰ ਗੁਰੂ ਧਾਰਨ ਕਰ ਲਿਆ। ਖਿਮਾ ਕਰਨੀ, ਇਹ ਲਫ਼ਜ਼ ਅਖੌਤੀ ਜਾਤ ਵਰਨ ਦੇ ਵਿੱਚੋਂ ਲੈਣਾ ਪੈ ਰਿਹਾ ਹੈ। ਸੋ ਉਹਨਾਂ ਨੇ ਰਾਜੇ ਨੂੰ ਜਾ ਕੇ ਪੂਰੀ ਤੂਲ ਦਿੱਤੀ ਕਿ ਤੇਰੀ ਰਾਣੀ ਨੇ ਪੁਰਾਣੀ ਕੁਲਾ ਰੀਤ ਨੂੰ ਖਤਮ ਕਰ ਦਿੱਤਾ ਹੈ। ਰਾਜੇ ਉੱਪਰ ਬ੍ਰਾਹਮਣ ਦੀ ਸਿਖਾਵਤ ਨੇ ਬਹੁਤ ਅਸਰ ਕੀਤਾ। ਉਸ ਨੇ ਰਾਣੀ ਨੂੰ ਕਤਲ ਕਰਨ ਦਾ ਪੱਕਾ ਇਰਾਦਾ ਕਰ ਲਿਆ। ਪਰ ਸਿਆਣੇ ਦਰਬਾਰੀਆਂ ਨੇ ਸਮਝਾਇਆ ਕਿ ਰਾਜਾ ਜੀ, ਰਵਿਦਾਸ ਭਗਤ ਜੀ ਪੂਰਨ ਗਿਆਨਵਾਨ ਹਨ। ਉਹਨਾਂ ਦੇ ਠਾਕੁਰ ਨਦੀ ਉੱਪਰ ਤਰੇ ਹਨ। ਸੋ ਤੁਸੀਂ ਪਰਖ ਕਰਨ ਵਾਸਤੇ ਭਗਤ ਜੀ ਨੂੰ ਆਪਣੇ ਪਾਸ ਸੱਦ ਲਓ। ਐਵੇਂ ਕਿਸੇ ਦੀ ਕਈ ਕਹਾਈ ਗੱਲ ਉੱਪਰ ਕੋਈ ਫੈਸਲਾ ਲੈਣਾ ਉਚਿਤ ਨਹੀਂ। ਸੋ ਵਿਉਂਤ ਅਨੁਸਾਰ ਰਾਜੇ ਨੇ ਆਪਣੀ ਰਾਣੀ ਨੂੰ ਪੱਤਰ ਲਿਖ ਭੇਜਿਆ ਤੇ ਨਾਲ ਹੀ ਹੁਕਮ ਕੀਤਾ ਕਿ ਭਗਤ ਜੀ ਨੂੰ ਵੀ ਨਾਲ ਲੈ ਕੇ ਆਉਣਾ। ਭਗਤ ਰਵਿਦਾਸ ਜੀ ਚਿਤੌੜ ਸ਼ਹਿਰ ਉਸ ਰਾਜੇ ਪਾਸ ਪੁੱਜ ਗਏ। ਰਾਣੀ ਅੰਦਰ ਬਹੁਤ ਉਮਾ ਸੀ, ਪਰ ਰਾਜਾ ਅਜੇ ਸ਼ਰਧਾ ਤੋਂ ਸਖਣਾ ਹੋਣ ਕਰਕੇ ਪ੍ਰਤਾਵਾ ਲੈਣ ਦਾ ਮਨ ਵਿੱਚ ਸੰਕਲਪ ਲਈ ਬੈਠਾ ਸੀ। ਆਦਰ ਸਤਕਾਰ ਨਾਲ ਭਗਤ ਜੀ ਦੀ ਆਓ ਭਗਤ ਕੀਤੀ ਗਈ। ਰਾਜਾ, ਮੰਤਰੀ, ਅਹਿਲਕਾਰ, ਬ੍ਰਾਹਮਣ ਸਾਰੇ ਸਭਾ ਵਿੱਚ ਹਾਜ਼ਰ ਹੋ ਗਏ। ਸਿੰਘਾਸਣ ਉੱਪਰ ਇੱਕ ਸੁੰਦਰ ਵਿਛਾਈ ਭਗਤ ਰਵਿਦਾਸ ਜੀ ਲਈ ਕੀਤੀ ਗਈ। ਇੱਕ ਵਿਛਾਈ ਹੋਰ ਠਾਕੁਰਾਂ ਵਾਸਤੇ ਵਿਛਾਈ ਗਈ। ਰਵਿਦਾਸ ਜੀ ਆਪਣੇ ਆਸਣ ਤੇ ਆ ਕੇ ਬਿਰਾਜਮਾਨ ਹੋ ਗਏ। ਰਾਜੇ ਨੇ ਆਖਿਆ, ਸਤਿਕਾਰਯੋਗ ਪੰਡਤ ਜੀ, ਤੁਸੀਂ ਪਹਿਲਾਂ ਆਪਣੇ ਠਾਕੁਰਾਂ ਨੂੰ ਬੁਲਾ ਕੇ ਇਸ ਸਿੰਘਾਸਣ ਤੇ ਬਿਰਾਜਮਾਨ ਕਰਵਾਓ। ਤੁਹਾਡੇ ਪਿੱਛੋਂ ਭਗਤ ਰਵਿਦਾਸ ਜੀ ਆਪਣੇ ਠਾਕੁਰਾਂ ਨੂੰ ਬੁਲਾ ਕੇ ਇਸ ਸਿੰਘਾਸਣ ਤੇ ਬਿਰਾਜਮਾਨ ਕਰਾਉਣਗੇ। ਸਭਾ ਵਿੱਚ ਹਾਜ਼ਰ ਸਾਰੇ ਬ੍ਰਾਹਮਣਾਂ ਨੇ ਵੇਦ ਮੰਤਰ ਪੜ੍ਹੇ, ਬੇਨਤੀਆਂ ਕੀਤੀਆਂ, ਪਰ ਪ੍ਰੇਮਾ ਭਗਤੀ ਤੋਂ ਸਖਣੇ ਕੋਰੇ ਹਿਰਦਿਆਂ ਬ੍ਰਾਹਮਣ ਦੇ ਠਾਕੁਰ ਸਿੰਘਾਸਣ ਤੇ ਨਾ ਪੁੱਜੇ। ਬ੍ਰਾਹਮਣ ਪਾਣੀਓਂ ਪਤਲੇ ਹੋਏ, ਧੌਣਾ ਸੁੱਟੀ ਸ਼ਰਮਿੰਦਗੀ ਦੇ ਤਾਣ ਬੈਠੇ ਰਹੇ। ਭਗਤ ਰਵਿਦਾਸ ਜੀ ਦੀ ਵਾਰੀ ਆਈ। ਰਵਿਦਾਸ ਜੀ ਉਸ ਸਿੰਘਾਸਣ ਤੇ ਆਪ ਹੀ ਬੈਠ ਗਏ ਜਿਹੜਾ ਠਾਕੁਰਾਂ ਲਈ ਵਿਛਾਇਆ ਗਿਆ ਸੀ। ਕ੍ਰੋਧ ਅੰਦਰ ਸੜਦੇ ਬ੍ਰਾਹਮਣ ਦੰਦੀਆਂ ਪੀਂਦੇ ਕਹਿਣ ਕਿ ਇਸ ਪ੍ਰਯੰਗੀ ਵਿੱਚ ਤਾਂ ਠਾਕੁਰ ਜੀ ਬਿਰਾਜ ਸਕਦੇ ਨੇ, ਭਾਵ ਇਸ ਪਾਲਕੀ ਵਿੱਚ ਤਾਂ ਕੇਵਲ ਠਾਕੁਰ ਹੀ ਬੈਠ ਸਕਦੇ ਨੇ। ਪਰ ਇਹ ਰਾਜੇ ਦੀ ਗਲਤੀ ਹੈ ਜਿਸ ਨੇ ਰਵਿਦਾਸ ਜੀ ਨੂੰ ਪਾਲਕੀ ਵਿੱਚ ਬੈਠਣ ਲੱਗੇ ਤੋਂ ਰੋਕਿਆ ਨਹੀਂ। ਰਾਜੇ ਨੇ ਮੂੰਹੋਂ ਇੱਕ ਸ਼ਬਦ ਨਾ ਕਿਹਾ। ਭਗਤ ਰਵਿਦਾਸ ਜੀ ਨੇ ਪ੍ਰਭੂ ਪ੍ਰੀਤ ਵਿੱਚ ਮਗਨ ਹੋ ਕੇ ਪ੍ਰਭੂ ਗੁਣ ਗਾਉਣੇ ਸ਼ੁਰੂ ਕੀਤੇ। ਠਾਕੁਰ ਰਵਿਦਾਸ ਭਗਤ ਜੀ ਦੀ ਗੋਦ ਵਿੱਚ ਆ ਕੇ ਬਿਰਾਜਮਾਨ ਹੋ ਗਏ। ਇਹ ਵੇਖ ਕੇ ਸਾਰੀ ਸਭਾ ਵਿੱਚ ਜੈ ਜੈਕਾਰ ਹੋਣ ਲੱਗੀ। ਅਨੇਕਾਂ ਸੰਖਾਂ ਦੀਆਂ ਧੁਨੀਆਂ ਸੁਣਾਈ ਦੇਣ ਲੱਗੀਆਂ। ਰਾਜਾ ਖੁਦ ਉੱਠਿਆ ਤੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਨਤਮਸਤਕ ਹੋ ਗਿਆ, ਨਮਸਕਾਰ ਕਰਨ ਲੱਗਾ। ਝਾਲੀ ਰਾਣੀ ਬਹੁਤ ਗਦਗਦ ਹੋਈ। ਰਾਣੀ ਨੇ ਭਗਤ ਜੀ ਦੇ ਚਿਤੌੜ ਪੁੱਜਦਿਆਂ ਹੀ ਭਾਂਤ ਭਾਂਤ ਦੇ ਪਕਵਾਨ ਪਕਵਾਉਣੇ ਸ਼ੁਰੂ ਕਰ ਦਿੱਤੇ ਸਨ। ਬ੍ਰਾਹਮਣਾਂ ਨੂੰ ਵੀ ਨਿਮੰਤਰਣ ਭੇਜ ਦਿੱਤਾ। ਲੰਗਰ ਛਕਣ ਵਾਸਤੇ ਬ੍ਰਾਹਮਣਾਂ, ਅਤਿਥੀਆਂ, ਅਭਿਆਗਤਾਂ, ਸ਼ੂਦਰਾਂ ਸਭ ਦੀ ਸਾਂਝੀ ਪੰਗਤ ਲਾਈ ਗਈ। ਜਿਨ੍ਹਾਂ ਬ੍ਰਾਹਮਣਾਂ ਦੇ ਮਨਾਂ ਵਿੱਚ ਈਰਖਾ ਨਹੀਂ ਸੀ, ਉਹਨਾਂ ਤਾਂ ਸਾਂਝੀ ਪੰਗਤ ਵਿੱਚ ਲੰਗਰ ਬੈਠ ਕੇ ਛਕ ਲਿਆ, ਪਰ ਜਾਤ ਅਭਿਮਾਨ ਵਿੱਚ ਫਸੇ ਹੰਕਾਰੀ ਬ੍ਰਾਹਮਣਾਂ ਨੇ ਭਗਤ ਰਵਿਦਾਸ ਜੀ ਨਾਲ ਬੈਠ ਕੇ ਜਲ ਪਾਨ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਜੁਦੀ ਪੰਗਤ ਲਾਈ ਗਈ। ਜਦੋਂ ਉਹਨਾਂ ਲੰਗਰ ਛਕਣਾ ਸ਼ੁਰੂ ਕੀਤਾ ਤਾਂ ਹਰ ਇੱਕ ਬ੍ਰਾਹਮਣ ਦੇ ਨਾਲ ਭਗਤ ਰਵਿਦਾਸ ਜੀ ਲੰਗਰ ਛਕਦੇ ਉਹਨਾਂ ਨੂੰ ਦ੍ਰਿਸ਼ਮਾਨ ਹੋਏ। ਬਹੁਤ ਉੱਠ ਉੱਠ ਬੈਠਣ, ਪਰ ਜਿੱਥੇ ਵੀ ਬੈਠਣ ਆਪਣੇ ਨਾਲ ਭਗਤ ਰਵਿਦਾਸ ਜੀ ਦਾ ਸਰੂਪ ਲੰਗਰ ਛਕਦਾ ਦੇਖਣ। ਹਾਰ ਕੇ ਬ੍ਰਾਹਮਣ ਭਗਤ ਜੀ ਦੀ ਚਰਨੀ ਪੈ ਗਏ। ਭਗਤ ਰਵਿਦਾਸ ਜੀ ਚਿਤੌੜ ਵਿੱਚ ਬਹੁਤ ਸਮਾਂ ਰਹੇ। ਮੀਰਾ ਬਾਈ ਵੀ ਇੱਥੇ ਹੀ ਆਪ ਦੀ ਸ਼ਿਸ਼ ਬਣੀ। ਭਗਤ ਰਵਿਦਾਸ ਜੀ ਪ੍ਰਭੂ ਜੀ ਨਾਲ ਇਕਮਿਕ ਸਨ। ਉਹਨਾਂ ਦੀ ਰਚਨਾ ਤੋਂ ਸਪਸ਼ਟ ਹੈ ਕਿ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਆਪ ਬੇਗਮਪੁਰੇ ਦੇ ਵਾਸੀ ਸਨ। ਲੋਕਾਂ ਨੇ ਭਗਤ ਜੀ ਦੀ ਉਪਮਾ ਕਰਨੀ ਆਰੰਭ ਕਰ ਦਿੱਤੀ। ਵਡਿਆਈ ਹੁੰਦੀ ਵੇਖ ਕੇ ਆਪ ਨੇ ਸ਼ਰਧਾ ਪਿਆਰ ਅੰਦਰ ਮਾਰੂ ਰਾਗ ਵਿੱਚ ਸ਼ੁਕਰਾਨਾ ਕਰਦਿਆਂ ਪਰਮੇਸ਼ਰ ਦੇ ਪ੍ਰਾਇਣ ਹੋ ਕਰਕੇ ਇੱਕ ਸ਼ਬਦ ਉਚਾਰਿਆ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1106 ਉੱਪਰ ਅੰਕਿਤ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ।
ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੈ। ਰਹਾਉ ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਢਰੈ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੇ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਵੈਰਾਗ, ਨਿਮਰਤਾ, ਪ੍ਰੇਮਾ ਭਗਤੀ ਅਤੇ ਬ੍ਰਹਮ ਗਿਆਨ ਡਲਕਾ ਮਾਰਦਾ ਹੈ। ਸਰਬ ਵਿਆਪਕ ਪਰਮੇਸ਼ਰ ਜੀ ਨੇ ਭਗਤ ਜੀ ਦੀ ਹਰ ਮੋੜ ਤੇ ਹਰ ਪੈਰ ਤੇ ਲਾਜ ਰੱਖੀ ਅਤੇ ਹੰਕਾਰੀ ਪੰਡਤਾਂ ਦਾ ਮਾਣ ਚਕਨਾਚੂਰ ਕੀਤਾ। ਹੇ ਨਿਜਾਤਮਾ, ਇਹਨਾਂ ਸਾਖੀਆਂ ਦੇ ਸੁਣਨ ਦਾ ਸਹੀ ਫਲ ਉਸ ਵੇਲੇ ਸਮਝਿਆ ਜਾਵੇਗਾ ਜਦੋਂ ਤੂੰ ਵੀ ਮਨ ਚਿਤ ਲਾ ਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰੇਂਗਾ।